ਬੀਤੇ ਦਿਨ ਹੀ ਅੰਮ੍ਰਿਤਸਰ ਦੇ ਕੁਝ ਪਰਿਵਾਰਾਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਜਿਹੜੀ ਰਿਪੋਰਟ ਉਹਨਾਂ ਵੱਲੋਂ ਤੁਲੀ ਲੈਬੋਰਟਰੀ ਤੇ ਟੈਸਟ ਕਰਵਾਈ ਗਈ ਹੈ ਉਹਦੇ ਵਿੱਚ ਕੁਝ ਗਲਤ ਹੈ ਔਰ ਉਹਨਾਂ ਦੀ ਰਿਪੋਰਟਸ ਜਿਹੜੀਆਂ ਕਿ ਨੈਗੇਟਿਵ ਰਿਪੋਰਟਸ ਸੀ ਉਹਨਾਂ ਨੂੰ ਪੋਜ਼ਿਟਿਵ ਕੀਤਾ ਜਾ ਰਿਹਾ ਹੈ ਤੇ ਇਸ ਤਰ੍ਹਾਂ ਦੇ ਕਈ ਸਵਾਲ ਪੈਦਾ ਹੋਏ ਸੀ ਤੇ ਅੱਜ ਤੁਲੀ ਡਾਇਗਨੋਸਟਿਕ ਦੀ ਪੂਰੀ ਟੀਮ ਜਿਹੜੀ ਹੈ ਜਿੱਥੇ ਉਹਨਾਂ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ ਔਰ ਕੁਝ ਬੈਨਰਸ ਦਿਖਾ ਕੇ ਜਿਹੜਾ ਹੈ ਉਹਨਾਂ ਨੂੰ ਰਿਪਰੈਜ਼ੈਂਟ ਕੀਤਾ ਜਾ ਰਿਹਾ ਹੈ। ਸਭ ਤੋਂ ਪਹਿਲਾਂ ਤੇ ਅਸੀਂ ਤੁਹਾਨੂੰ ਬੈਨਰ ਪੜਾਵਾਂਗੇ ਕਿ ਡੂ ਨਾਟ ਪ੍ਰੈਸ਼ਰ ਟੂ ਮੇਕ ਅ ਪੋਜ਼ਿਟਿਵ ਐਂਡ ਨੈਗੇਟਿਵ ਕਿ ਅਸੀਂ ਕੋਈ ਪੋਜ਼ਿਟਿਵ ਨੈਗੇਟਿਵ ਨਹੀਂ ਕਰ ਰਹੇ। ग्रे जोन इज़ ए एसिम्टोमैटिक करियर और ਜਿਹੜਾ ਕੋਈ ਵੀ ਪੇਸ਼ੈਂਟ ਹੈ ਉਹ ਇੱਕ ਤਰ੍ਹਾਂ ਦਾ ਕੈਰੀਅਰ ਦਾ ਕੰਮ ਕਰਦਾ ਹੈ ਤੇ ਅੱਜ ਉਹਨਾਂ ਦੀ ਟੀਮ ਨਾਲ ਅਸੀਂ ਗੱਲਬਾਤ ਕਰਾਂਗੇ। ਰੋਬਿਨ ਤੁਲੀ ਜੀ ਸਾਡੇ ਨਾਲ ਮੌਜੂਦ ਨੇ। ਡਾਕਟਰ ਸਾਹਿਬ, ਸਭ ਤੋਂ ਵੱਡਾ ਤੇ ਸਵਾਲ ਹੈ ਕਿ ਆਖਿਰਕਾਰ ਤੁਹਾਡਾ ਰਿਐਕਸ਼ਨ, ਕਿਉਂਕਿ ਪਰਿਵਾਰ ਆ ਰਹੇ ਨੇ, ਉਹ ਕਹਿੰਦੇ ਜੀ ਸਾਨੂੰ ਇੱਥੇ ਹੀ ਪੋਜ਼ਿਟਿਵ ਹੁੰਦਾ, ਬਾਹਰ ਜਾਣੇ ਨੈਗੇਟਿਵ ਹੋ ਜਾਂਦਾ, ਆਖਿਰਕਾਰ ਇਹ ਖੇਲ ਹੈ ਕੀ ਹੈ? ਸਰ ਦੇਖੋ, ਇਹ ਮੈਂ ਪਹਿਲਾਂ ਵੀ ਟੈਕਨੀਕਲੀ ਆਪਣੇ ਆਪ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਅਸੀਂ ਕਹਿੰਦੇ ਆ ਜੋ ਜਿਸ ਪੇਸ਼ੈਂਟ ਨੂੰ ਵੀ ਪ੍ਰੋਬਲਮ ਆ ਕੇ ਲੀਗਲ ਤਰੀਕੇ ਨਾਲ ਆਇਆ ਨਾ ਸਾਹਮਣੇ ਆ ਕੇ ਸਾਨੂੰ ਧਮਕਾਣਾ, ਸਾਨੂੰ ਫੋਨ ਕਰ ਕਰਕੇ ਡਰਾਣਾ, ਸਾਡੀ ਫੈਮਲੀਜ਼ ਨੂੰ, ਸਾਡੇ ਸਟਾਫ ਨੂੰ ਧਮਕਾਣਾ ਕਿ ਤੁਹਾਨੂੰ ਅੱਜ ਤੋਂ ਬਾਅਦ ਲੈਬ ਨਹੀਂ ਖੋਲ੍ਹਣ ਦੇਣੀ ਤੇ ਅਸੀਂ ਦੇਖਣਾ ਤੁਸੀਂ ਇੱਥੇ ਟੈਸਟਿੰਗ ਕਿਵੇਂ ਕਰਦੇ ਹੋ। ਪਰਿਵਾਰਾਂ ਵੱਲੋਂ ਤੁਹਾਨੂੰ ਇਹ ਕਿਹਾ ਗਿਆ ਸਰ ਇਹ ਮਤਲਬ ਇੱਦਾਂ ਹੈ ਜਿਵੇਂ ਅੱਜ ਦਾ ਮੈਂ ਤੁਹਾਨੂੰ ਇੰਸੀਡੈਂਟ ਦੱਸਦਾ। ਸਾਡਾ ਸਟਾਫ ਬਾਹਰ ਖੜਾ ਹੈ, ਲੈਬ ਖੁੱਲ੍ਹਣ ਦੀ ਵੇਟ ਕਰ ਰਿਹਾ। ਸਵੇਰੇ 4-5-8 ਜਣੇ ਇੱਦਾਂ ਹੀ ਸੈਰ ਕਰਦੇ ਹੋਏ, ਵਿੱਚ ਲੇਡੀਜ਼ ਵੀ ਹੈ ਸੈਰ ਕਰਨ ਵਾਲੀਆਂ, ਜਿਹੜੀ ਫੈਮਲੀਜ਼ ਜਾ ਰਹੀਆਂ, ਉਹ ਉਹਨਾਂ ਵੱਲ ਆ ਗਏ ਕਿ ਤੁਹਾਡੀ ਇਹ ਲੈਬ ਖੁੱਲ੍ਹਣ ਨਹੀਂ ਦੇਣੀ ਅੱਜ। ਕਿ ਉਹਨਾਂ ਨੇ ਟੈਸਟ ਕਰਵਾਇਆ ਸੀ ਤੁਹਾਡੇ ਕੋਲ? ਨਹੀਂ, ਉਹ ਨੋਰਮਲੀ ਵਾਕ ਕਰ ਰਹੇ, ਉਹਨਾਂ ਨੂੰ ਸਾਡਾ ਸਟਾਫ ਦੱਸਿਆ, ਉਹਨਾਂ ਨੇ ਉਹਨਾਂ ਨੂੰ ਬੋਲਣਾ ਸ਼ੁਰੂ ਕਰਤਾ। ਜਦੋਂ ਇਹੋ ਜਿਹਾ ਤੁਸੀਂ ਕਰਦੇ ਹੋ, ਇੱਕ ਮੋਰਲ ਡਾਊਨ ਹੁੰਦਾ। ਆਲਰੇਡੀ ਅਸੀਂ ਆਪਣੇ ਸਟਾਫ ਨੂੰ ਓਵਰ ਮੋਟੀਵੇਟ ਕਰਕੇ ਕੰਮ ਕਰਾ ਰਹੇ ਹਾਂ। ਅਸੀਂ ਉਹਨਾਂ ਨੂੰ ਰੋਜ਼ ਅਸ਼ੋਰੈਂਸ ਦਿੰਦੇ ਹਾਂ ਕਿ ਤੁਸੀਂ ਕਰੋ। ਸਵਾਲ ਫਿਰ ਉਹੀ ਹੈ ਕਿ ਟੈਸਟ ਦੀ ਜਿਹੜੀ ਆਨਸਰੇਬਲ ਕੀ ਹੈ ਕਿ ਜਿਹੜਾ ਤੁਸੀਂ ਟੈਸਟ ਕਰ ਰਹੇ ਹੋ ਉਹ ਠੀਕ ਹੈ, ਉਹਦੇ ਤੇ ਤੁਸੀਂ ਕਾਇਮ ਹੋ। ਤੁਸੀਂ ਕੱਲ ਵੀ ਕਿਹਾ ਸੀ ਕਿ ਮੈਂ ਕਾਇਮ ਹਾਂ, ਪਰ ਫਿਰ ਵੀ ਇਹ ਨੈਗੇਟਿਵ ਕਿਵੇਂ ਹੋ ਜਾਂਦਾ ਹੈ? ਅਗਰ ਤੁਸੀਂ ਇੱਥੇ ਪੋਜ਼ਿਟਿਵ, ਤੁਹਾਡੀ ਤੁਸੀਂ ਰਿਪੋਰਟ ਹੈ, ਅਥੈਂਟਿਸਿਟੀ ਹੈ, ICMR ਤੋਂ ਹੈ, ਸਭ ਕੁਝ ਹੈ, ਸਾਰੀ ਗਾਈਡਲਾਈਨ ਤੁਸੀਂ ਫੋਲੋ ਕਰ ਰਹੇ ਹੋ, ਬਟ ਫਿਰ ਵੀ ਤੁਹਾਡੀ ਰਿਪੋਰਟ ਹੀ ਕਿਉਂ ਅੱਗੇ ਜਾ ਕੇ ਇਸ ਤਰ੍ਹਾਂ ਦੀ ਕੋਈ ਨੈਗੇਟਿਵ ਦੀ ਜਿਹੜੀ ਗੱਲ ਕਰਦੇ ਪਰ? ਸਰ ਇਹਦੇ ਵਿੱਚ ਹੁੰਦਾ ਕੀ ਹੈ, ਇੱਕ ਮੈਂ ਤੁਹਾਨੂੰ ਫਿਨੋਮੇਨਾ ਦੱਸਦਾ ਵਾਇਰਸ ਦਾ। ਇਹਦੇ 'ਚ ਇੰਟਰਮਿਟੈਂਟ ਵਾਇਰਲ ਸ਼ੈਡਿੰਗ ਹੁੰਦੀ ਹੈ ਬਾਡੀ ਦੇ ਵਿੱਚ। ਪੇਸ਼ੈਂਟ ਦੀ ਇਮਿਊਨਿਟੀ ਚੱਲ ਰਹੀ ਹੈ, ਵਾਇਰਲ ਸ਼ੈਡਿੰਗ ਘੱਟ ਹੋ ਰਹੀ ਹੈ, ਤੁਸੀਂ ਸੈਂਪਲ ਲੋਗੇ ਨੈਗੇਟਿਵ ਆ ਸਕਦਾ ਹੈ। ਪੇਸ਼ੈਂਟ ਨੂੰ ਇੱਕਦਮ ਹਾਈ ਗ੍ਰੇਡ ਫੀਵਰ ਹੋ ਗਿਆ, ਵਾਇਰਸ ਪੂਰਾ ਲੋਡ ਇਸ ਵੇਲੇ ਬਣਾ ਕੇ ਬੈਠਾ ਹੈ ਤੇ ਤੁਸੀਂ ਸੈਂਪਲ ਲਿੱਤਾ, ਵਾਇਰਸ ਆ ਗਿਆ। ਐਸੇ ਲਈ ਅਸੀਂ ਬਾਰ-ਬਾਰ ਮੈਂ ਐਮਫਸਾਈਜ਼ ਕਰ ਰਿਹਾ, 3 ਨੈਗੇਟਿਵ ਰਿਪੋਰਟਾਂ 10 ਦਿਨਾਂ ਦੇ ਵਿੱਚ ਹੀ ਨੈਗੇਟਿਵ ਮੰਨੀਆਂ ਜਾਣਗੀਆਂ। ਇੱਕ ਨੈਗੇਟਿਵ ਰਿਪੋਰਟ ਨੂੰ ਨੈਗੇਟਿਵ ਨਹੀਂ ਮੰਨਿਆ ਜਾਏਗਾ। ਪੋਜ਼ਿਟਿਵ ਵੀ ਨਹੀਂ ਮੰਨਿਆ ਜਾ ਸਕਦਾ। ਅਸੀਂ ਕਿਸੇ ਦਾ ਵੀ ਸੈਂਪਲ ਲੈ ਰਹੇ ਹਾਂ, ਕੋਈ ਨਾ ਕੋਈ ਕਾਰਨ ਹੈ ਉਹਦਾ ਸੈਂਪਲ ਲੈ ਰਹੇ ਹਾਂ। ਉਹਨੂੰ ਕੋਈ ਸ਼ੱਕ ਪਿਆ ਕਿ ਮੈਂ ਕਿਸੇ ਨੂੰ ਮਿਲਿਆ, ਉਹਨੂੰ ਕੋਈ ਸਿੰਪਟਮ ਆਇਆ ਜਾਂ ਉਹਨੇ ਕੋਈ ਪ੍ਰੋਸੀਜਰ ਕਰਨਾ ਹੈ ਜਿਹਦੇ ਵਿੱਚ ਉਹਦੀ ਅਸੀਂ ਇਮਿਊਨਿਟੀ ਸਟੇਟਸ ਨੂੰ ਚੈੱਕ ਕਰਨਾ ਹੈ, ਕਿਉਂਕਿ ਉਹ ਇਕਲੌਤਾ ਇਹਦੇ 'ਚ ਇਨਵੋਲਵ ਨਹੀਂ ਹੋਏਗਾ ਜੋ ਪੋਜ਼ੀਟਿਵ ਹੈ। ਤੇ ਇਹ ਪੈਂਡੈਮਿਕ ਹੈ, ਅਸੀਂ ਇਹਦੇ ਵਿੱਚ ਕਿਸੇ ਨੂੰ ਚੋਇਸ ਨਹੀਂ ਦੇ ਰਹੇ। ਸਰਕਾਰ ਮਾਸ ਸਕਰੀਨਿੰਗ ਕਰ ਰਹੀ ਹੈ, ਘਰ ਜਾ ਕੇ ਸੈਂਪਲ ਲੈ ਰਹੀ ਹੈ, ਪੁੱਛ ਕੇ ਕਰ ਰਹੀ ਹੈ। ਅਸੀਂ ਤਾਂ ਪੁੱਛ ਕੇ ਕਰ ਰਹੇ ਹਾਂ ਸੈਂਪਲ, ਅਸੀਂ ਚੋਇਸ ਦੇ ਰਹੇ ਹਾਂ। ਪਰ ਸਰ ਇਹਦਾ ਰਿਜ਼ਲਟ 100% ਹੈ। ਸਰ ਇਹਦਾ ਰਿਜ਼ਲਟ 60 ਤੋਂ 80% ਤੋਂ ਜ਼ਿਆਦਾ ਕਹਿਣਾ ਗਲਤ ਹੋਏਗਾ ਪੋਜ਼ਿਟਿਵ ਦਾ। ਜੇ ਅਸੀਂ ਕਿਸੇ ਨੂੰ ਨੈਗੇਟਿਵ ਵੀ ਦੇ ਰਹੇ ਹਾਂ ਨਾ, ਤੇ ਉਹਦੇ ਸਿਰਫ 30% ਚਾਂਸ ਉਹਦੇ ਵਿੱਚ ਪੋਜ਼ਿਟਿਵ ਹੋਣ ਦੇ ਵੀ ਹੈਗੇ ਆ। ਮਤਲਬ ਨਾ ਪੋਜ਼ਿਟਿਵ 100% ਹੈ, ਨਾ ਨੈਗੇਟਿਵ 60% ਹੈ। ਉਹਨੂੰ ਰੀਸਕਰੀਨ ਕਰਨਾ ਹੀ ਪਏਗਾ। ਸਰ ਰੀਸਕਰੀਨ ਦੇ ਕੁਝ ਟਾਈਮਿੰਗ ਹੋਏਗੀ, ਕੁਝ ਦਿਨ ਹੋਣਗੇ ਜਿਹਦੇ ਵਿੱਚ ਉਹ ਰੀਸਕਰੀਨ ਕਰਾ ਸਕਦਾ, ਪੋਜ਼ਿਟਿਵ ਵਾਲਾ ਵੀ ਤੇ ਨੈਗੇਟਿਵ ਵਾਲਾ। ਅਸੀਂ ਦੋਨੋਂ ਪੱਖ ਲੈ ਕੇ ਚੱਲਾਂਗੇ, ਕਿਉਂਕਿ ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਜਿੰਨੇ ਟੈਸਟ ਆਏ ਸਾਰੇ ਪੋਜ਼ਿਟਿਵ ਵੀ ਆਏ ਹੋਣ, ਨੈਗੇਟਿਵ ਵੀ ਆਏ ਹੋਣਗੇ। ਐਦਾਂ ਤਾਂ ਕਦੀ ਹੋ ਨਹੀਂ ਸਕਦਾ ਕਿ ਇੱਕ ਚੀਜ਼ ਹੋਏਗੀ। ਜਿਹੜੇ ਪੋਜ਼ਿਟਿਵ ਨੈਗੇਟਿਵ ਹੈ ਉਹਦਾ ਥੋੜ੍ਹਾ ਤੁਸੀਂ ਫਿਨੋਮੀਨਾ ਸਾਨੂੰ ਸੈੱਟ ਕਰਕੇ ਦੱਸੋ ਤਾਂ ਕਿ ਲੋਕ ਜਾਣ ਸਕਣ, ਤਾਂ ਕਿ ਇਸ ਤਰ੍ਹਾਂ ਦੀ ਜਿਹੜੀ ਆ ਫਰਦਰ ਜਿਹੜੀ ਤੁਹਾਡੀ ਪ੍ਰੋਬਲਮ ਜਿਸ ਤਰ੍ਹਾਂ ਦੀ ਆ ਰਹੀ ਹੈ, ਕਿਉਂਕਿ ਬਿਕੋਜ਼ ਤੁਸੀਂ ਹੁਣ ਡੀਲ ਕਰ ਰਹੇ ਹੋ, ਤੁਹਾਨੂੰ ਇਸ ਤਰ੍ਹਾਂ ਦੀ ਪ੍ਰੋਬਲਮਸ ਹੋ ਸਕੇ, ਅੱਗੇ ਆ ਸਕਦੀਆਂ। ਅਸੀਂ ਚਾਹਾਂਗੇ ਕਿ ਤੁਸੀਂ ਦੱਸੋ ਪਹਿਲਾਂ ਇਹ ਡਿਟੇਲ ਹੈ ਕੀ ਹੈ, ਕਿਸ ਤਰੀਕੇ ਨਾਲ ਚੱਲੇਗਾ? ਸਰ ਕੋਈ ਵੀ ਕੇਸ ਜਦੋਂ ਅਸੀਂ ਪੋਜ਼ਿਟਿਵ ਕੱਢਨੇ ਆ, ਉਹ ਪੋਜ਼ਿਟਿਵ ਦੇ ਵਿੱਚ ਵੀ 0% ਤੋਂ ਲੈ ਕੇ 16% ਤੱਕ ਦਾ ਚਾਂਸਸ ਹੈ ਉਹ ਫਾਲਸ ਪੋਜ਼ਿਟਿਵ ਹੋ ਸਕਦਾ। ਫਾਲਸ ਪੋਜ਼ਿਟਿਵ ਕਹਿਣ ਦਾ ਮਤਲਬ ਹੈ ਉਹਨੂੰ ਹੈਗਾ ਨਹੀਂ ਸੀ, ਲੇਕਿਨ ਉਹਦੀ ਸੈਂਪਲ ਦੇ ਵਿੱਚ ਕੁਝ ਇਹੋ ਜਿਹੇ ਤੱਤ ਮਿਲੇ ਜਿਹੜਾ ਵਾਇਰਸ ਦੇ ਨਾਲ ਮਿਲਦੇ ਸੀ। ਉਹਦੇ ਕਾਰਨ ਮਸ਼ੀਨ ਨੇ ਕਿਹਾ ਇਹ ਆਇਡੈਂਟੀਕਲ ਇੱਕ ਐਂਟੀਟੀ ਮਿਲੀ ਹੈ, ਇਹਨੂੰ ਤੁਸੀਂ ਪੋਜ਼ਿਟਿਵ ਦੇ ਵਿੱਚ ਪਾ ਦਿਓ। ਇਹ 16% ਤੱਕ ਜਾ ਸਕਦਾ, ਕਾਫੀ ਅੱਛਾ ਪ੍ਰੋਪੋਰਸ਼ਨ ਹੈ। ਅਤੇ ਨੈਗੇਟਿਵ ਜਦੋਂ ਅਸੀਂ ਦਿੰਦੇ ਹਾਂ, ਨੈਗੇਟਿਵ ਦੇ ਵਿੱਚ ਵੀ ਸਾਡੇ ਕੋਲ 30% ਚਾਂਸਸ ਹੁੰਦੇ ਆ ਕਿ ਸ਼ਾਇਦ ਅਸੀਂ ਗਲਤ ਕੀਤਾ ਹੋਇਆ ਵਾਲਾ ਟੈਸਟ। ਤੇ ਮਤਲਬ ਟੈਸਟ ਗਲਤ ਇਨ ਦਾ ਸੈਂਸ ਉਹ ਸੈਂਪਲ ਪੂਰਾ ਨਹੀਂ ਆਇਆ, ਸੈਂਪਲ ਟਰਾਂਸਪੋਰਟੇਸ਼ਨ ਪੂਰੀ ਨਹੀਂ ਆਈ। ਕੰਮ ਕੀਤਾ ਅਜੇ ਤੱਕ ਜਿਹੜਾ ਕਿ ਤੁਸੀਂ ਸੈਂਪਲ ਦੁਬਾਰਾ ਮੰਗਾਇਆ ਹੋਣ? ਬਿਲਕੁਲ ਸਰ, ਕਈ ਵਾਰੀ ਸੈਂਪਲ ਅਸੀਂ ਲੈਂਦੇ ਹਾਂ, ਉਹ ਸੈਂਪਲ ਸਾਡੇ ਨਾ ਮਸ਼ੀਨ ਦੇ ਵਿੱਚ ਇੱਕ ਇੰਟਰਨਲ ਕੰਟਰੋਲ ਹੁੰਦਾ ਜੋ ਹਿਊਮਨ ਐਪੀਥੀਲੀਅਲ ਸੈੱਲ ਨੂੰ ਕੰਟਰੋਲ ਮੰਨ ਕੇ ਚੱਲਦਾ। ਤੁਸੀਂ ਕੋਈ ਸੈਂਪਲ ਅਸੀਂ ਪਾਇਆ ਨਾ ਜਦੋਂ ਮਸ਼ੀਨ ਦੇ ਵਿੱਚ, ਉਹ ਦੱਸੇਗੀ ਸੈਂਪਲ ਦੀ ਐਡਿਕੁਏਸੀ ਉੱਤੇ। ਜੇ ਉਹ ਐਡਿਕੁਏਟ ਨਹੀਂ ਆਏਗਾ, ਮੇਰੇ ਕੋਲ ਇੱਕ ਰਿਪੋਰਟ ਹੈ ਜੀ, ਇਹ ਦੇਖੋ,
ਅਸੀਂ ਚਾਹਾਂਗੇ ਅਸੀਂ ਤੁਹਾਨੂੰ ਰਿਪੋਰਟ ਪੂਰੀ ਦਿਖਾ ਰਹੇ ਹਾਂ ਜੀ ਕਿ ਜੋ ਉਹਨਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਨੇ ਉਹਦੀ ਜਿਹੜੀ ਅਸੀਂ ਗਰਾਊਂਡ ਰਿਐਲਿਟੀ ਤੇ ਦਿਖਾ ਜੀ। ਇਹ ਇੰਟਰਪ੍ਰੀਟੇਸ਼ਨ ਹੈ, ਇਹ ਸਾਡੇ ਫਿਲਟਰਸ ਨੇ, ਇਹ 3 ਤਰ੍ਹਾਂ ਦੇ ਫਿਲਟਰਸ ਨੇ ਜਿਹੜੇ ਅਸੀਂ ਫੋਲੋ ਕਰਨੇ ਆ। ਇਹ ਸੀਟੀ ਵੈਲਿਊ ਹੈ, ਸੀਟੀ ਵੈਲਿਊ ਜੇ 41 ਤੋਂ ਥੱਲੇ ਆਂਦੀ ਹੈ ਤੇ ਕੰਟਰੋਲ ਜਿਹੜਾ ਅਸੀਂ, ਮੈਂ ਇੰਟਰਨਲ ਕੰਟਰੋਲ ਦੀ ਗੱਲ ਕਰ ਰਿਹਾ, ਉਹ 37 ਤੋਂ ਥੱਲੇ ਆਂਦਾ ਹੈ। ਇਹ ਦੁਬਾਰਾ ਤੋਂ ਸੈਂਪਲ ਵੀ ਲਿੱਤਾ ਜਾ ਸਕਦਾ ਹੈ, ਟੈਸਟ ਵੀ ਅਗੇਨ ਹੋਏਗਾ ਤੇ ਸਾਰਾ ਕੁਝ ਦੁਬਾਰਾ ਹੋਏਗਾ। ਪਰ ਇਹਨਾਂ ਪਰਿਵਾਰਾਂ ਦੇ ਨਾਲ ਜਿਹੜਾ ਹੋਇਆ ਵਾ ਇਹਨਾਂ ਦੇ ਟੈਸਟ ਦੁਬਾਰਾ ਲੈਣ ਦੀ ਜ਼ਰੂਰਤ ਸੀ ਕਿ ਇਹਨਾਂ ਦੇ ਟੈਸਟ ਠੀਕ ਸੀਗੇ? ਇਹਨਾਂ ਦੇ ਸਰ ਵਿਦਿਨ ਇੰਟਰਪ੍ਰੀਟੇਸ਼ਨ ਗਾਈਡਲਾਈਨਸ ਇਹਨਾਂ ਦੇ ਟੈਸਟ ਸੀਗੇ, ਸਾਨੂੰ ਉਹਨੂੰ ਪੋਜ਼ਿਟਿਵ ਹੀ ਦੇਣਾ ਬਣਦਾ ਸੀ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਆਖਿਰਕਾਰ ਤੁਹਾਡੇ ਨਾਲ ਹੀ ਇਦਾਂ ਕਿ ਉਹ ਹੋਰ ਵੀ ਬੜੀਆਂ ਲੈਬਸ ਟੈਸਟ ਕਰ ਰਹੀਆਂ ਨੇ, ਤੁਲੀਏ ਅਕੇਲਾ ਨਹੀਂ ਹੈ, ਹੋਰ ਵੀ ਕਈ ਪ੍ਰਾਈਵੇਟ ਲੈਬਸ ਜਿਹੜੇ ਪਲੇਅਰ ਨੇ ਮਾਰਕੀਟ 'ਚ ਨੇ, ਕਿਉਂਕਿ ਪੈਨੇਡੈਮਿਕ ਹੈ ਔਰ ਇਸ ਵਕਤ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਵੀ ਕਿਹਾ ਹੈ ਕਿ ਟੈਸਟਿੰਗ ਸਭ ਨਾਲੋਂ ਵੱਡਾ ਪਾਰਟ ਹੈ, ਪਰ ਤੁਹਾਡੇ ਨਾਲ ਹੀ ਇਸ ਤਰ੍ਹਾਂ ਕਿਉਂ ਹੋ ਰਿਹਾ? ਸਰ ਇਹ ਕਹਿਣਾ ਗਲਤ ਹੋਏਗਾ ਕਿ ਸਿਰਫ ਸਾਡੇ ਨਾਲ ਹੀ ਇਦਾਂ ਹੋ ਰਿਹਾ। ਤੁਸੀਂ ਦਿੱਲੀ ਕਿਸੇ ਦੀ ਇਸ ਤਰ੍ਹਾਂ ਦੀ ਕੋਈ ਰਿਪੋਰਟ ਜਾਂ ਪਰਿਵਾਰਾਂ ਨੇ ਕਦੀ ਕੋਈ ਕੰਟੈਕਟ ਨਹੀਂ ਕੀਤਾ, ਤੁਹਾਡੇ ਨਾਲ ਕਿਉਂ ਹੋ ਰਿਹਾ? ਮਤਲਬ ਕੋਈ ਜਾਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਾਂ ਕਿਸ ਤਰ੍ਹਾਂ ਦੀ ਤੁਸੀਂ ਆਪਣੀ ਫੀਲਿੰਗ ਲੈਂਦੇ ਹੋ? ਸਰ ਇੱਕ ਤੇ ਪਹਿਲੀ ਗੱਲ, ਇਹ ਇਕਲੌਤੀ ਲੈਬ ਹੈ ਇਹੋ ਜਿਹੇ ਪਲੇਟਫਾਰਮ ਤੇ ਜਿਹੜੀ ਸਟੈਂਡ ਅਲੋਨ ਲੈਬ, ਅਸੀਂ ਕੋਈ ਕੋਆਪਰੇਟਸ ਨਹੀਂ ਹੈਗੇ, ਇੱਕ ਨਾਰਮਲ ਲੈਬ ਚਲਾਉਂਦੇ ਆ ਜੋ ਮੈਂ ਆਪ ਫੇਸ ਆ, ਮੇਰੇ ਫਾਦਰ ਮਦਰ ਅਸੀਂ ਆਪ ਫੇਸ ਆ, ਸਾਡੀ ਕੋਈ ਕੰਪਨੀ ਨਹੀਂ ਹੈਗੀ ਕਿ ਉਹ ਕੰਪਨੀ ਵਾਲਿਆਂ ਨੇ ਕਰਤਾ ਹੋਏਗਾ। ਸਾਡਾ ਬਲੇਮ, ਸਾਡੀ ਤੁਲੀ ਨੂੰ ਕਹਿਣ ਦਾ ਮਤਲਬ ਹੈ ਕਿ ਸਾਡੇ ਤੇ ਬਲੇਮ ਲਾਤਾ। ਪਹਿਲੀ ਕਾਰਨ ਇਹ ਹੈ, ਵੱਡੇ ਵੱਡੇ ਕੋਆਪਰੇਟਸ ਦੇ ਉੱਤੇ ਚੈਲੰਜਸ ਹੁੰਦੇ ਆ, ਉਹਨਾਂ ਦੀ ਅਸੀਂ ਇਹ ਵੀ ਸੁਣਿਆ ਕਿ ਐਡਾ ਪ੍ਰੈਸ਼ਰਾਈਜ਼ ਕਰਤਾ ਗਿਆ ਕਿ ਉਹਨਾਂ ਨੂੰ ਆਪਣੇ ਟੈਸਟਿੰਗ ਬੰਦ ਕਰਨੀ ਪਈ, ਲੇਕਿਨ ਮੀਡੀਆ ਨੇ ਕਿਵੇਂ ਉਹਨੂੰ ਪ੍ਰਚਾਰ ਕੀਤਾ, ਲੈਬ ਸੀਲ ਕਰ ਦਿੱਤੀ ਗਈ, ਜਦ ਕਿ ਲੈਬ ਅੱਜ ਵੀ ਕੋਈ ਵੀ ਸੀਲ ਨਹੀਂ ਹੋਈ। ਉਹਨਾਂ ਦੀ ਲੈਬਸ ਉਹਨਾਂ ਨੇ ਟੈਂਪਰੇਰੀਲੀ ਬੰਦ ਕੀਤਾ ਦੇਖਣ ਲਈ ਕਿ ਕਿਉਂ ਇਹੋ ਜਿਹੇ ਮਾਮਲੇ ਸਾਹਮਣੇ ਆ ਰਹੇ ਆ, ਤੇ ਇਹ ਸਿਰਫ ਸਾਡੀ ਲੈਬ ਨਾਲ ਨਹੀਂ ਹੋ ਰਿਹਾ, ਪੈਨ ਇੰਡੀਆ ਹੀ ਹੋ ਰਿਹਾ। ਸਰ ਇੱਕ ਹੋਰ ਸਵਾਲ, ਇੱਕ ਤੁਹਾਡੇ ਨਾਲ ਇੱਕ ਹੋਰ ਵਰਡ ਜੋੜਿਆ ਜਾ ਰਿਹਾ ਨੈਕਸਸ, ਕਿ ਤੁਸੀਂ ਲੋਕਾਂ ਨੂੰ ਰਿਕਮੈਂਡ ਕਰਦੇ ਹੋ ਕਿ ਤੁਸੀਂ ਪ੍ਰਾਈਵੇਟ ਹਸਪੀਟਲਸ ਦੇ ਵਿੱਚ ਜਾਓ, ਇਹਦੇ 'ਚ ਕਿੰਨੀ ਸੱਚਾਈ ਹੈ? ਸਰ ਅਸੀਂ ਮਰੀਜ਼ ਦੇਖਦੇ ਹੀ ਨਹੀਂ, ਅਸੀਂ ਕਿਉਂ ਕਵਾਂਗੇ ਕਿਸੇ ਨੂੰ ਕਿ ਇਸ ਹਸਪਤਾਲ ਦੇ ਵਿੱਚ ਜਾਓ? ਅਸੀਂ ਫਿਜ਼ੀਸ਼ੀਅਨਸ ਨਹੀਂ ਹੈਗੇ, ਸਾਡੇ ਕੋਲ ਕੋਈ ਪੇਸ਼ੈਂਟ ਆਂਦਾ ਹੈ ਬਹੁਤ ਮਤਲਬ 90% ਤੇ ਅਸੀਂ ਪੇਸ਼ੈਂਟ ਆਂਦਾ ਹੀ ਨਹੀਂ, ਸਾਡੇ ਕੋਲ ਸੈਂਪਲ ਆਂਦਾ, ਅਸੀਂ ਸੈਂਪਲ ਨੂੰ ਥੋੜੀ ਕਹਿ ਦੇਣਾ ਕਿ ਇੱਥੇ ਤੁਸੀਂ ਦੀ ਰਿਪੋਰਟ ਕਿਆ ਸਿੱਧੀ ਫੈਮਿਲੀ ਨੂੰ ਭੇਜ ਦਿਓ ਕਿ ਜਾਂ ਆਪਣਾ ਹੈਲਥ ਸਰਜਨ ਨੂੰ ਭੇਜ? ਅਸੀਂ ਰਿਪੋਰਟ ਡਿਲੀਵਰੀ ਦਾ ਸਭ ਤੋਂ ਸਿੰਪਲ ਪਲੇਟਫਾਰਮ ਹੈ ਆਨਲਾਈਨ ਰਿਪੋਰਟਿੰਗ। ਅਸੀਂ ਈਮੇਲ ਜਾਂਦਾ ਹੈ, SMS ਜਾਂਦਾ ਹੈ, ਪਲੱਸ ਸਿਵਲ ਸਰਜਨ ਆਫਿਸ ਜਾਂ IDSP ਨੂੰ ਸਾਡੀ ਰਿਪੋਰਟ ਜਾਂਦੀ ਹੈ, ਉਹਨਾਂ ਦੇ ਥਰੂ ਉਹਨਾਂ ਨੂੰ ਫੋਨ ਆਏਗਾ ਜਾਂ ਕੁਝ ਕਾਰਵਾਈ ਹੋਏਗੀ। ਸਾਡੇ ਵੱਲੋਂ ਸਾਨੂੰ ਪੇਸ਼ੈਂਟ ਨੂੰ ਇੰਟੀਮੇਟ ਕਰਨ ਦੀ ਸਾਨੂੰ ਕੋਈ ਲੋੜ ਨਹੀਂ ਹੁੰਦੀ ਇੱਦਾਂ। ਇੱਕ ਵੱਡੇ ਨੇਤਾ ਵੱਲੋਂ, ਅੰਮ੍ਰਿਤਸਰ ਦੇ ਕਾਂਗਰਸ ਦੇ ਵੱਡੇ ਨੇਤਾ ਨੇ, ਉਹਨਾਂ ਨੇ ਅੱਜ ਫੇਸਬੁੱਕ ਦੇ ਉੱਤੇ ਆਪਣੀ ਇੱਕ ਪੋਸਟ ਪਾਈ ਹੈ, ਉਹਨਾਂ ਨੇ ਕਿਹਾ ਕਿ ਜਿਹੜੀ ਟੈਸਟਿੰਗ ਕਰਾਉਣੀ ਚਾਹੀਦੀ ਹੈ ਉਹ ਸਰਕਾਰੀ ਹੀ ਕਰਾਉਣੀ ਚਾਹੀਦੀ ਹੈ ਔਰ ਪ੍ਰਾਈਵੇਟ ਦੇ ਖਿਲਾਫ ਕਾਫੀ ਸ਼ਿਕਾਇਤ ਆ ਰਹੀ, ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ। ਸਰ ਮੈਂ ਆਪ ਇਸ ਚੀਜ਼ ਨੂੰ ਮੰਨਣਾ ਕਿ ਜਿੱਥੋਂ ਤੁਹਾਡਾ ਕੰਮ ਚੰਗਾ ਹੁੰਦਾ ਹੈ ਨਾ, ਤੁਸੀਂ ਉੱਥੋਂ ਕਰਾਓ। ਅਸੀਂ ਜੋ ਕੰਮ ਕਰ ਰਹੇ ਹਾਂ ਅਸੀਂ ਆਊਟ ਆਫ ਚੋਇਸ ਕਰ ਰਹੇ ਹਾਂ, ਅਸੀਂ ਪਹਿਲਾਂ ਸਾਡੀ ਚੋਇਸ ਸੀ, ਇਸ ਵੇਲੇ ਸਾਨੂੰ ਹੀ ਪਿੱਛੋਂ ਪ੍ਰੈਸ਼ਰ ਹੈ ਕਿ ਤੁਸੀਂ ਹੁਣ ਕੰਮ ਬੰਦ ਨਹੀਂ ਕਰ ਸਕਦੇ। ਇੱਕ ਮੈਂ ਤੁਹਾਨੂੰ ਲੈਟਰ ਦਿਖਾਣਾ, ਇਹ ਦੇਖੋ, ਇਹਦੇ 'ਚ ਬੜਾ ਕਲੀਅਰ ਕੱਟ ਲਿਖਿਆ ਕਿ ਤੁਲੀ ਲੈਬ ਟਾਲ ਮਟੋਲ ਕਰ ਰਿਹਾ ਹੈ। ਅਸੀਂ ਤੁਹਾਨੂੰ ਹਰ ਚੀਜ਼ ਦਿਖਾ ਰਹੇ ਹਾਂ ਜੋ ਤੁਸੀਂ ਪੱਖ ਦੱਸਣਾ ਚਾਹੋ ਜੀ। ਹਾਂ ਇਹ ਦੇਖੋ, ਇਹਦੇ 'ਚ ਸਾਨੂੰ ਇਹ ਲਿਖਿਆ ਹੈ ਕਿ ਕੋਰੋਨਾ ਵਾਇਰਸ ਦੇ ਟੈਸਟ ਲੈਣ ਸੰਬੰਧੀ ਆਨਾਕਾਨੀ ਟਾਲ ਮਟੋਲ ਕੀਤੀ ਜਾ ਰਹੀ ਹੈ, ਅਸੀਂ ਟੈਸਟ ਮਨਾ ਕਰ ਰਹੇ ਹਾਂ ਕਰਨ ਤੋਂ, ਤੇ ਇਹ ਨਿਯਮਾਂ ਦੇ ਉਲੰਘਣ ਅਤੇ ਅਣਦੇਖੀ ਕਰਨ ਦੇ ਕਾਰਨ ਆਪ ਵਿਰੁੱਧ ਐਪੀਡੈਮਿਕ ਐਕਟ 1897 ਜਿਹੜਾ 2020 ਅਧੀਨ ਅਨੁਸ਼ਾਸਨਹੀਨ ਜਾਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਤੁਸੀਂ ਦੇਖੋ, ਸਾਨੂੰ ਗਵਰਨਮੈਂਟ ਸਾਨੂੰ ਪ੍ਰੈਸ਼ਰਾਈਜ਼ ਕਰ ਰਹੀ ਹੈ, ਤੁਸੀਂ ਬੰਦ ਕਿਵੇਂ ਕਰ ਸਕਦੇ ਹੋ ਟੈਸਟ ਨੂੰ? ਅਸੀਂ ਤੁਹਾਨੂੰ ਬੰਦ ਕਰਨ ਨੂੰ ਨਹੀਂ ਕਹਿ ਰਹੇ, ਸਾਡਾ ਸਵਾਲ ਹੈ ਕਿ ਤੁਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ, ਤੁਹਾਡਾ ਪੱਖ ਲੱਗਣਾ ਚਾਹੀਦਾ, ਜੋ ਤੁਹਾਡੇ ਮਨ ਦੇ ਵਿਚਾਰ ਨੇ ਅਸੀਂ ਤੁਹਾਡੀ ਸਾਰੀ ਗੱਲ ਜਿਹੜੀ ਲੈ ਰਹੇ ਹਾਂ ਔਰ ਤੁਹਾਨੂੰ ਅਸੀਂ ਜਿਸ ਤਰ੍ਹਾਂ ਪਹਿਲਾਂ ਵੀ ਆਪਾਂ ਤੁਹਾਡਾ ਇੰਟਰਵਿਊ ਕੀਤਾ ਸੀ, ਜੋ ਤੁਹਾਡੇ ਵੱਲੋਂ ਆਖਿਆ ਗਿਆ ਸੀ ਅਸੀਂ ਦਿੱਤਾ ਸੀ, ਪਰ ਮੇਰਾ ਸਵਾਲ ਪੈਦਾ ਹੁਣ ਇਹਦਾ ਹੱਲ ਕੀ ਹੈ? ਸਰ ਇਹਦਾ ਹੱਲ ਹੈ ਇੱਕ ਦੂਜੇ ਨਾਲ ਫੇਥ ਬਣਾ ਕੇ ਰੱਖੋ। ਅਸੀਂ ਇੱਕ ਦੂਸਰੇ ਤੋਂ ਉਮੀਦ ਰੱਖਦੇ ਹਾਂ, ਜਦੋਂ ਅਸੀਂ ਸੋਸ਼ਲ ਡਿਸਟੈਂਸਿੰਗ ਦਾ ਇੱਕ ਫਿਨੋਮੇਨਾ ਆਪਣੇ ਸੋਸਾਇਟੀ ਦੇ ਵਿੱਚ ਲਿਆਇਆ, ਅਸੀਂ ਇਹ ਬਿਲੀਵ ਕਰਨੇ ਆ ਕਿ ਇੱਕ ਬੰਦਾ ਆਪਣੀ ਸਿਹਤ ਦਾ ਆਪ ਜ਼ਿੰਮੇਵਾਰ ਹੈ, ਉਹ ਉਨਾ ਹੀ ਜ਼ਿੰਮੇਵਾਰ। ਟੈਸਟ ਦੀ ਗੱਲ ਕਰੀਏ ਤਾਂ ਟੈਸਟ ਵਾਸਤੇ ਉਹਨੂੰ ਕਿਤੇ ਤੁਹਾਡੀ ਸ਼ਿਕਾਇਤ ਵੀ ਕੀਤੀ ਗਈ ਹੈ, ਸਿਵਲ ਸਰਜਨ ਸਾਹਿਬ ਨੇ ਕਿਹਾ ਸੀ ਉਦੋਂ ਕਿ ਸਟੇਟ ਦੀ ਟੀਮ ਆਏਗੀ, ਕਿਆ ਤੁਸੀਂ ਉਹ ਇਨਵੈਸਟੀਗੇਸ਼ਨ ਕਰਨ ਵਾਸਤੇ ਤਿਆਰ ਜੀ? ਬਿਲਕੁਲ ਸਰ, ਸਾਡੇ ਸੈਂਪਲਸ ਹਰ ਮਹੀਨੇ ਸਾਡਾ ਡਾਟਾ ਹਰ ਘੰਟੇ ਜਾਂਦਾ, ਸਾਡੇ ਸੈਂਪਲਸ ਹਰ ਮਤਲਬ 100% ਸੈਂਪਲ ਸਾਡਾ ਰੀਵੈਰੀਫਾਈ ਹੁੰਦੇ ਨੇ। ਹੁਣ ਸਾਡੇ ਕੋਲ ਨਵੀਂ ਗਾਈਡਲਾਈਨਸ ਆਈਆਂ ਕਿ 10 ਸੈਂਪਲ ਪੋਜ਼ਿਟਿਵ ਤੇ 5 ਨੈਗੇਟਿਵ ਹਰ ਮਹੀਨੇ ਅਸੀਂ PGI ਵੀ ਭੇਜਦੇ ਹਾਂ। ਸਾਡੇ ਉਹ ਵੀ ਹੁਣ ਪ੍ਰੋਟੋਕਾਲ ਬਣ ਗਿਆ, ਸਾਡੀ ਲਾਇਸਨਿੰਗ ਚੱਲ ਰਹੀ ਹੈ PGI ਦੇ ਨਾਲ ਕਿ ਅਸੀਂ ਕਿਸ ਪ੍ਰੋਟੋਕਾਲ ਦੇ ਤਹਿਤ ਭੇਜਦੇ ਹਾਂ। ਪਰ ਹੋ ਸਕਦਾ ਗਲਤ ਸਰਕਾਰੀ ਹਸਪਤਾਲ ਵੀ ਹੋਣ।
ਸਰ ਇਹ ਟੈਸਟ ਹੀ ਕਿਸੇ ਲਈ ਸਹੀ ਕਿਸੇ ਲਈ ਗਲਤ ਨਹੀਂ ਹੈਗਾ। ਮੈਂ ਕਹਿ ਰਿਹਾ ਜੋ ਕਿਸੇ ਕੋਲ ਆ ਰਿਹਾ ਉਹ ਦੇ ਰਿਹਾ ਹੈ। ਅਸੀਂ ਕੋਈ ਮਰਜ਼ੀ ਥੋੜੀ ਕਰ ਰਹੇ ਹਾਂ, ਜੋ ਆ ਰਿਹਾ ਅਸੀਂ ਦੇ ਦਿੰਦੇ ਹਾਂ ਜੀ। ਕਿ ਜੇ ਪ੍ਰਾਈਵੇਟ ਹੈ ਨਾ, ਪ੍ਰਾਈਵੇਟ ਦੇ ਉੱਤੇ ਜਿਹੜੀ ਕਾਸਟ ਹੈ ਉਹ ਅਸੀਂ ਉਹ ਬੀਅਰ ਕਰਨੀ ਹੈ। ਉਹ ਸਾਨੂੰ ਕੋਈ ਪਿੱਛੋਂ ਕੋਈ, ਜਿਸ ਤਰ੍ਹਾਂ ਉਹਨਾਂ ਨੇ ਉਹਦੇ 'ਚ ਵੀ ਇਲਜ਼ਾਮ ਲਗਾਇਆ ਕਿ ਸਾਨੂੰ ਕੋਈ ਗ੍ਰਾਂਟ ਨਹੀਂ ਆਈ ਹੋਈ। ਅਸੀਂ ਸਾਰਾ ਦਾ ਸਾਰਾ ਪੈਸਾ ਆਪਣਾ ਲਗਾ ਕੇ ਟੈਸਟ ਕੀਤਾ ਤੇ ਜਿੰਨੀ ਕਿ ਸਾਨੂੰ ਕਾਸਟ ਪੈਂਦੀ ਹੈ, ਸਭ ਦੀਆਂ ਪੇਜ਼ ਵੀ ਨਿਕਾਲੀਆਂ, ਸਭ ਕਰਕੇ ਰੇਜੈਂਟ ਦੇ ਖਰਚੇ ਕਰਕੇ, ਪੀਪੀ ਕਿੱਟਾਂ ਇਹ ਉਹ ਸਭ ਪਾ ਕੇ ਜੋ ਵੀ ਅਸੀਂ ਕਰ ਰਹੇ ਹਾਂ ਉਹਦੀ ਇੱਕ ਕਾਸਟ ਹੈ। ਪ੍ਰਾਈਵੇਟ ਦੇ ਉੱਤੇ ਕਾਸਟ ਪੈਂਦੀ ਹੈ ਤੇ ਅਸੀਂ ਜ਼ਰੂਰ ਕਹਾਂਗੇ ਕਿ ਗਵਰਨਮੈਂਟ ਤੋਂ ਕਰਾਓ, ਗਵਰਨਮੈਂਟ ਫ੍ਰੀ ਹੁੰਦਾ ਹੈ। ਔਰ ਜਿਸਲੇ ਘਰ 'ਚ ਇੱਕ ਬੰਦੇ ਦਾ ਆਉਂਦਾ ਤੇ 10 ਬੰਦੇ ਘਰ 'ਚ ਹੈ ਤੇ ਉਹਨਾਂ ਦਾ ਹੋਣਾ ਹੀ ਪੈਣਾ ਹੈ। ਤੇ ਜ਼ਰੂਰ ਚੁਆਇਸ ਕਰ ਸਕਦੇ ਆ, ਜਿੱਥੇ ਫ੍ਰੀ ਕੰਮ ਹੁੰਦਾ ਤੇ ਜਿੱਥੇ ਪੈਸਿਆਂ ਨਾਲ ਕੰਮ ਹੁੰਦਾ ਤੇ ਚੁਆਇਸ ਪਬਲਿਕ। ਸਰ ਮੇਰਾ ਲਾਸਟ ਸਵਾਲ ਹੈ ਤੁਹਾਨੂੰ, ਤੁਸੀਂ ਹੁਣ ਜਿਹੜੇ ਪਰਿਵਾਰ ਜਿਹੜੇ ਇਤਰਾਜ਼ ਕਰ ਰਹੇ ਆ ਉਹਨਾਂ ਦਾ ਵਿਸ਼ਵਾਸ ਜਿੱਤਣ ਵਾਸਤੇ ਜਾਂ ਉਹਨਾਂ ਨਾਲ ਕੋਈ ਗੱਲਬਾਤ ਕਰੋਗੇ ਜਾਂ ਕੋਈ ਮੀਡੀਏਟਰ ਸਰਕਾਰ ਦੇ ਵੱਲੋਂ ਬਿਠਾ ਕੇ ਤੁਸੀਂ ਘੱਟੋ ਘੱਟ ਇਸ ਤਰ੍ਹਾਂ ਦੀ ਇੱਕ ਤਸੱਲੀ ਕਰਾਈ ਜਾਵੇ ਜਿਹਦੇ ਨਾਲ ਕੀ ਇਹ ਮੈਟਰ ਜਿਹੜਾ ਸੌਰਟ ਆਊਟ ਹੋਵੇ? ਕਿਉਂਕਿ ਬੜੇ ਤਰ੍ਹਾਂ ਦੇ ਮਨ ਦੇ ਵਿੱਚ ਸਵਾਲ ਪੈਦਾ ਹੁੰਦੇ ਆ, ਲੋਕਾਂ ਦੇ ਮਨ 'ਚ ਵੀ ਸਵਾਲ ਪੈਦਾ ਹੁੰਦੇ ਆ। ਇੱਕ ਆਮ ਆਦਮੀ ਤੁਹਾਡੀ ਡਾਕਟਰੀ ਭਾਸ਼ਾ ਨਹੀਂ ਸਮਝ ਸਕਦਾ, ਉਹਨਾਂ ਵਾਸਤੇ ਤੁਸੀਂ ਕਿਸ ਤਰੀਕੇ ਦਾ ਕੰਮ ਕਰਨ ਜਾ ਰਹੇ ਹੋ? ਸਰ ਮੈਂ ਇਹ ਫੈਮਲੀਜ਼ ਲਈ ਇੱਕ ਮੈਂ ਵੈਸੇ ਕਹਾਂਗਾ, ਜੇ ਕਿਸੇ ਦਾ ਇਹਨਾਂ ਵਿੱਚੋਂ ਕਿਸੇ ਦੀ ਸਰਜਰੀ ਹੋਈ ਹੈ, ਸਾਡੇ ਇਹਦੇ ਰਿਲੇਸ਼ਨ ਦੇ ਵਿੱਚ ਨਾ ਹੋਰ ਵੀ ਟੈਸਟ ਹੋਏ ਹੁੰਦੇ ਆ। ਤੁਸੀਂ ਦੇਖੋ ਤੁਹਾਡਾ ਸਰਜਰੀ ਤੋਂ ਬਾਅਦ ਬਲੀਡਿੰਗ ਰੁਕੀ ਸੀ? ਜੇ ਤੁਹਾਡੀ ਬਲੀਡਿੰਗ ਨਹੀਂ ਰੁਕੀ, ਤੁਹਾਨੂੰ ਖੂਨ ਚੜਾਉਣਾ ਪਿਆ ਤੇ ਕਿਉਂ ਚੜਾਉਣਾ ਪਿਆ? ਤੁਹਾਡਾ ਪ੍ਰੋਸੀਜਰ ਠੀਕ ਨਹੀਂ ਹੋਇਆ ਕਿ ਤੁਹਾਨੂੰ ਵਾਕਈ ਕਰੋਨਾ ਵਾਇਰਸ ਸੀਗਾ? ਜੇ ਤੁਹਾਨੂੰ ਬਲੀਡਿੰਗ ਹੋਈ ਸਰਜਰੀ ਦੇ ਬਾਅਦ, ਤੁਹਾਨੂੰ ਖੂਨ ਚੜਾਉਣਾ ਪਿਆ ਸਰਜਰੀ ਤੋਂ ਬਾਅਦ, ਤੇ ਤੁਸੀਂ ਦੇਖੋ ਨਾ ਕਿ ਸਾਡੀ ਰਿਪੋਰਟ ਤੇ ਬਿਲੀਵ ਕਰੋ ਕਿ ਤੁਹਾਨੂੰ ਇੱਕ ਲੋ ਵਾਇਰਲ ਲੋਡ ਦੀ ਰਿਪੋਰਟ ਸੀਗੀ, ਅਸੀਂ ਪੋਜ਼ਿਟਿਵ ਦਿੱਤੀ ਤੁਹਾਡੀ ਸੇਫਟੀ ਲਈ। ਤੁਸੀਂ ਇੱਕ ਸਵਾਲ ਹੁਣੇ ਹੋਰ ਕੀਤਾ ਹੈ, ਕਿਹਾ ਕਿ ਪੀਜੀਆਈ ਦੇ ਵਿੱਚ ਰਿਪੋਰਟ ਆ, ਕਿ ਇਹਨਾਂ ਸਾਰਿਆਂ ਦੀ ਰਿਪੋਰਟ ਪੀਜੀਆਈ 'ਚ ਭੇਜੀ ਜਾਏਗੀ? ਇਹ ਸਾਰਿਆਂ ਦੀ ਰਿਪੋਰਟ ਸਰ ਭੇਜੀ ਜਾਏਗੀ, ਸਾਰਿਆਂ ਦੀ। ਇਹਨਾਂ ਸਾਡਾ ਜਿਹੜਾ ਇਹ 11 ਤਰੀਕ ਨੂੰ ਆਈ ਹੈ, 11 ਤਰੀਕ ਤੋਂ ਪਹਿਲਾਂ ਵਾਲੇ ਤਾਂ ਸਾਰੇ ਜਾਣਗੇ। 11 ਤਰੀਕ ਤੋਂ ਬਾਅਦ ਪ੍ਰਾਈਵੇਟ ਲੈਬਸ ਆਲਮੋਸਟ ਲੱਖ ਤੋਂ ਉੱਤੇ ਸੈਂਪਲ ਆਲ ਓਵਰ ਇੰਡੀਆ ਕਰ ਰਿਹਾ ਟੈਸਟ। ਜਦੋਂ ਪ੍ਰਾਈਵੇਟ ਲੈਬ ਦੇ ਸਾਰੇ ਸੈਂਪਲ NIV ਪੂਨੇ ਭੇਜ ਦੋਗੇ ਤੇ ਉਹ ਮਰੀਜ਼ਾਂ ਦਾ ਕਰਨਗੇ ਕਿ ਸਾਡੇ ਰਿਪੋਰਟਾਂ ਕਰਨਗੇ? ਉਹਦੇ ਕਰਕੇ ਉਹਨਾਂ ਨੇ ਇੱਕ ਇਹਨੂੰ ਸਟ੍ਰੀਮਲਾਈਨ ਕਰਨ ਲਈ ਨਾ, ਕਿਉਂਕਿ ਅੱਗੇ ਟੈਸਟਿੰਗ ਵੱਧ ਰਹੀ ਹੈ, ਸਟ੍ਰੀਮਲਾਈਨ ਕਰਨ ਲਈ ਉਹਨਾਂ ਨੇ ਲੋਕਲ ਕੁਆਲਿਟੀ ਕੰਟਰੋਲ ਸਾਨੂੰ ਡਿਪਾਰਟਮੈਂਟਸ ਦੇ ਦਿੱਤੇ। ਸਾਡੇ ਲਈ ਅੰਮ੍ਰਿਤਸਰ ਦੇ ਲਈ ਉਹਨਾਂ ਨੇ PGI ਚੰਡੀਗੜ੍ਹ ਅਪਾਇੰਟ ਕੀਤਾ 11 ਤਰੀਕ ਨੂੰ, ਐਸੇ 3-4 ਦਿਨ ਪਹਿਲਾਂ। ਹੁਣ ਸਾਡੀ ਉਹਨਾਂ ਨਾਲ ਚੱਲ ਰਹੀ ਕਨਵਰਸੇਸ਼ਨ 'ਚ ਹੈਗੇ ਆ ਕਿ ਅਸੀਂ ਕਦੋਂ ਸੈਂਪਲ ਭੇਜਿਆ ਕਰੀਏ ਤੇ ਸਾਨੂੰ ਰਿਪੋਰਟਸ ਕਦੋਂ ਆਇਆ ਕਰਨਗੇ। ਸਵਾਲ ਹੈ ਕਿ ਹੁਣ ਥੱਲੇ ਜਿਹੜੇ ਟੈਸਟ ਹੋਣਗੇ ਕਿ ਉਹਦੀ ਵੀ 100% ਗਾਰੰਟੀ ਹੈ ਜੀ? ਸਰ ਸਾਡੇ ਕੰਮ ਦੀ ਤੇ ਸਾਡੀ ਇਮਾਨਦਾਰੀ ਦੀ 100% ਗਾਰੰਟੀ ਹੈ। ਬਾਕੀ ਕੋਈ ਸ਼ੱਕ ਸ਼ੁਬਾ ਹੈਗਾ, ਕੋਈ ਤਸੱਲੀ ਨਹੀਂ ਹੁੰਦੀ, ਅਸੀਂ ਬੈਠੇ ਹਾਂ, ਅਸੀਂ ਤੁਹਾਡੇ ਲਈ ਬੈਠੇ ਹਾਂ। ਅਸੀਂ ਕੋਈ ਰਿਪੋਰਟ ਦੇ ਕੇ ਕਿਤੇ ਦੌੜਨ ਵਾਲੇ ਨਹੀਂ ਹੈਗੇ। ਅਸੀਂ ਰਿਪੋਰਟ ਦੇਣ ਤੋਂ ਬਾਅਦ ਵੀ ਉਹਨੇ ਰਿਸਪੌਂਸਿਬਲ ਹਾਂ, ਜਦੋਂ ਤੁਹਾਡਾ ਸੈਂਪਲ ਲੈਣ ਵੇਲੇ ਸਾਡੀ ਰਿਸਪੌਂਸਿਬਿਲਿਟੀ ਸੀ। ਇਹਦੇ 'ਚ ਇੱਕ ਮੈਸੇਜ ਹੋਰ ਦਾਂਗੇ ਕਿ ਜਿਹੜੇ ਪਰਿਵਾਰਾਂ ਨੂੰ ਕੋਈ ਵੀ ਖੱਜਲ ਖਰਾਬੀ ਹੋਈ ਹੈ, ਸਾਨੂੰ ਉਹਨਾਂ ਨਾਲ ਪੂਰੀ ਸਿੰਪਥੀ ਹੈ, ਕਿਉਂਕਿ ਅਸੀਂ ਵੀ ਪਰਿਵਾਰ ਵਾਲੇ ਹਾਂ। ਸਾਡੇ ਵੀ ਪੇਰੈਂਟਸ ਆ ਜਿਹੜੇ 90-90 ਸਾਲ ਦੇ ਆ, ਸਾਡੇ ਬੱਚੇ ਵੀ ਆ, ਸਾਡੇ ਪੋਤੇ ਵੀ ਆ। ਜਦੋਂ ਘਰ ਦੇ ਵਿੱਚ ਇਸ ਤਰੀਕੇ ਦੀ ਗੱਲ ਹੁੰਦੀ ਹੈ, ਪੂਰੀ ਉਹਨਾਂ ਨਾਲ ਸਿੰਪਥੀ ਹੈ, ਕਿਉਂਕਿ ਜਦੋਂ ਅਸੀਂ ਕੰਮ ਕਰਨੇ ਹਾਂ ਸਾਡੇ ਘਰ ਦੇ ਵੀ ਇੰਝ ਹੀ ਪਰੇਸ਼ਾਨ ਹੁੰਦੇ ਆ, ਜਿਸ ਤਰ੍ਹਾਂ ਉਹਨਾਂ ਨੇ ਆਪਣਾ ਰੋਣਾ ਸੁਣਾਇਆ ਸੀ। ਉਹੀ ਹੀ ਕੰਡੀਸ਼ਨ ਹੁੰਦੀ ਹੈ ਘਰਾਂ ਦੀ। ਪਰ ਇਹਦੇ ਵਿੱਚ ਇਹ ਹੈ ਕਿ ਤੁਸੀਂ ਜੇ ਕੋਈ ਚੀਜ਼ ਤੁਹਾਨੂੰ ਮਿਲੀ ਹੈ, ਜਿੱਥੋਂ ਵੀ ਰਿਪੋਰਟ ਮਿਲੀ ਹੈ, ਉਸੇ ਬੰਦੇ ਕੋਲ ਦੁਬਾਰਾ ਜਾਓ, ਉਸੇ ਕੋਲੋਂ ਜੇ ਉਹਦੇ ਤੁਹਾਨੂੰ ਔਰ ਇਸ ਪੇਸ਼ੈਂਟ ਨੂੰ ਰਿਕਮੈਂਡ ਕੀਤਾ ਸੀ ਕਿ 2 ਦਿਨ ਬਾਅਦ ਤੁਸੀਂ ਟੈਸਟ ਦੁਬਾਰਾ ਰਿਪੀਟ ਕਰਾਓ, ਕਿਉਂਕਿ ਇਹਨਾਂ ਦੇ ਪੇਸ਼ੈਂਟ ਦੇ ਹਸਬੈਂਡ ਦਾ ਵੀ ਫੋਨ ਆਇਆ ਸੀ, ਡਾਕਟਰ ਹੈ, ਪੈਥੋਲੋਜਿਸਟ ਹੈ। ਉਹਨਾਂ ਨੇ ਕਿਹਾ ਸੀ ਕਿ 2 ਦਿਨ ਬਾਅਦ ਇਹਨਾਂ ਨੂੰ ਰਿਕਮੈਂਡ ਕੀਤਾ ਸੀ ਕਿ ਟੈਸਟ ਦੁਬਾਰਾ ਕਰਾਓ। ਤੇ ਸਿਰਫ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਬਸ ਇਹੀ ਗੱਲ ਹੈ। ਜਦੋਂ ਵੀ ਕਿਸੇ ਬੰਦੇ ਨੂੰ ਸੈਟੀਸਫੈਕਸ਼ਨ ਨਹੀਂ ਮਿਲਦੀ, ਐਸੇ ਲੈਬ 'ਚ ਦੁਬਾਰਾ ਆਏ। ਔਰ ਜਿਹੜੀਆਂ ਰਿਕਮੈਂਡੇਸ਼ਨ ਹੈ ਪੋਜ਼ਿਟਿਵ ਕਿੰਨੇ % ਹੈ, ਉਹ 4-4 ਦਿਨ ਦੇ ਫਰਕ ਦੇ ਉੱਤੇ 10 ਦਿਨਾਂ ਦੇ ਅੰਦਰ 3 ਟੈਸਟ ਰਿਕਮੈਂਡਡ ਹੈ ਹਰ ਇੱਕ ਨੂੰ। ਇਹ ਅਸੀਂ ਜਾਣਕਾਰੀ ਜਿਹੜੀ ਉਪਲਬਧ ਜਿਹੜੀ ਹੈ ਤੁਲੀ ਲੈਬੋਰਟਰੀਜ਼ ਵੱਲੋਂ ਕਰਾਈ ਗਈ ਹੈ, ਉਹ ਅੱਜ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਤੇ ਉਹਨਾਂ ਦਾ ਆਖਣਾ ਹੈ ਕਿ ਰਿਜ਼ਲਟ ਜਿਹੜਾ ਹੈ 100% ਨਹੀਂ ਹੈ, 70% ਤੱਕ ਰਿਜ਼ਲਟ ਆਉਂਦਾ ਹੈ ਤੇ ਉਹਦੇ ਵਿੱਚ ਜਿਹੜਾ ਹੈ ਅਗੇਤੀ ਕਾਰਵਾਈ ਜਿਹੜੀ ਹੈ ਉਹਨਾਂ ਵੱਲੋਂ ਕੀਤੀ ਜਾਂਦੀ ਹੈ, ਟੈਸਟ ਕੀਤੇ ਜਾਂਦੇ ਨੇ ਅਤੇ ਉਹ ਅੱਜ ਵੀ ਆਪਣੇ ਜਿਹੜੇ ਟੈਸਟ ਕੀਤੇ ਨੇ ਉਹਦੇ ਤੇ ਕਾਇਮ ਨੇ। ਉਹਨਾਂ ਦੀ ਰਿਪੋਰਟਸ ਬਿਲਕੁਲ ਠੀਕ ਹੈ, ਲੇਕਿਨ ਫਿਲਹਾਲ ਉਨ੍ਹਾਂ ਕਹਿਣਾ ਹੈ ਕਿ ਆਉਣ ਵਾਲੇ ਸਮੇਂ 'ਚ ਚੰਡੀਗੜ੍ਹ ਜਿਹੜੀ PGI ਦੀ ਲੈਬ ਹੈ ਉੱਥੋਂ ਵੀ ਜਾ ਕੇ ਇਹਨਾਂ ਦੀ ਜਿਹੜੀ ਹੈ ਪੂਰੀ ਜਿਹੜੀ ਟੈਸਟਿੰਗ ਦੀ ਰਿਪੋਰਟ ਕਰਵਾਉਣ ਲਈ ਤਿਆਰ ਨੇ। ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਖੰਨਾ, ਜਗਬਾਨੀ TV ਅੰਮ੍ਰਿਤਸਰ।